ਮੱਝਾਂ ਦੇ ਗੋਹੇ ਮੂਤ ਵਿੱਚੋਂ ਸਾਰੇ ਟੱਬਰ ਨੂੰ ਸੂਗ ਨਹੀਂ ਆਉਂਦੀ ਸੀ, ਜਿਵੇਂ ਉਹਨਾਂ ਦੀਆਂ ਨਾਸਾਂ ਇਸੇ ਗੰਧ ਦੀਆਂ ਆਦੀ ਹੋ ਗਈਆਂ ਹੋਣ। ਉਹਨਾਂ ਦੇ ਘਰ ਦੇ ਭਾਂਡਿਆਂ ਵਿੱਚੋਂ ਵੀ ਗੋਹੇ ਦਾ ਮੁਸ਼ਕ ਮਾਰਦਾ। ਕੋਠੀ ਦੇ ਕਮਰਿਆਂ ਵਿੱਚ ਤੂੜੀ ਦੇ ਡੱਕੇ ਖਿੰਡੇ ਦਿਸਦੇ। ਕਦੇ ਇਹਨਾਂ ਕਮਰਿਆਂ ਵਿੱਚ ਪੋਚਾ ਲੱਗਦਾ ਹੁੰਦਾ, ਹੁਣ ਤਾਂ ਕੋਈ ਇਹਨਾਂ ਨੂੰ ਸੁੰਬਰਦਾ ਮਸਾਂ। ਲੱਡੂ ਹੀ ਦੁਪਹਿਰੇ ਜਿਹੇ ਕਮਰਿਆਂ ਵਿੱਚ ਝਾੜੂ ਲਾਉਂਦਾ, ਬਸ ਜਿਵੇਂ ਕੂੜਾ ਇਕੱਠਾ ਕਰਨਾ ਹੋਵੇ। ਮੱਝਾਂ ਵਾਲੇ ਸ਼ੈੱਡਾਂ ਦਾ ਗੋਹਾ ਕੂੜਾ ਇਕੱਠਾ ਕਰਨ ਅਤੇ ਕਮਰਿਆਂ ਦਾ ਕੂੜਾ ਇਕੱਠਾ ਕਰਨ ਵਿੱਚ ਥੋੜ੍ਹਾ ਹੀ ਫਰਕ ਸੀ। ਹੁਣ ਇਹ ਉਹ ਘਰ ਨਹੀਂ ਰਹਿ ਗਿਆ ਸੀ ਜਿੱਥੇ ਪੈਂਟਾਂ ਬੁਸ਼ਰਟ ਪ੍ਰੈਸ ਕਰਕੇ ਗਲ ਤੇੜ ਪਾਏ ਜਾਂਦੇ ਹੋਣ। ਟੈਰੀ ਕਾਠ ਦੇ ਕੱਪੜੇ ਸਨ, ਧੋ ਕੇ ਝੰਜਕ ਦਿੱਤੇ ਜਾਂਦੇ, ਵਾਲ ਨਿਕਲ ਜਾਂਦੇ ਅਤੇ ਸੁੱਕਿਆਂ ਤੋਂ ਪਹਿਨ ਲਏ ਜਾਂਦੇ। ਲੱਡੂ ਤਾਂ ਅੱਧ ਸੁੱਕੇ ਕੱਪੜੇ ਵੀ ਗਲ ਪਾ ਲੈਂਦਾ। ਇਹੋ ਜਿਹੀ ਆਦਤ ਸੁਰੇਸ਼ ਦੀ ਬਣਦੀ ਜਾ ਰਹੀ ਸੀ। ਸੀਤਾ ਅਤੇ ਤਰਸੇਮ ਲੱਗਦਾ ਜਿਵੇਂ ਧੁਰ ਦਰਗਾਹੋਂ ਮੱਝਾਂ ਦਾ ਕੰਮ ਹੀ ਕਰਦੇ ਆਏ ਹੋਣ। ਤਰਸੇਮ ਐਮਏ ਪੜ੍ਹਿਆ ਲੱਗਦਾ ਹੀ ਨਹੀਂ ਸੀ। ਗਲ ਤੇੜ ਪਜਾਮਾ ਕੁੜਤਾ ਅਤੇ ਸਿਰ ਨੂੰ ਚਾਰਖਾਨਾ ਦੁਪੱਟਾ ਵਲੇਟਿਆ ਹੁੰਦਾ। ਇਹੋ ਹਾਲ ਸੁਰੇਸ਼ ਦਾ ਸੀ। ਲੱਡੂ ਤੇ ਸੁਰੇਸ਼ ਵਿੱਚ ਦੇਖਣ ਪੱਖੋਂ ਥੋੜ੍ਹਾ ਹੀ ਫਰਕ ਸੀ। ਮੱਝਾਂ ਦਾ ਸ਼ੈੱਡ ਉਹਨਾਂ ਨੇ ਧਰਤੀ ਤੋਂ 1 ਫੁੱਟ ਉੱਚੇ ਫਰਸ਼ ਵਾਲਾ ਬਣਾਇਆ ਸੀ। ਇੱਟਾਂ ਦਾ ਪੱਕਾ ਫਰਸ਼, ਢਲਵੇਂ ਫਰਸ਼ ਦੇ ਇੱਕ ਪਾਸੇ ਨਾਲੀ ਸੀ, ਜਿਸ ਰਾਹੀਂ ਮੱਝਾਂ ਦਾ ਪਿਸ਼ਾਬ ਇੱਕ ਸਿਰੇ ਉੱਤੇ ਡੂੰਘੇ ਚਬੱਚੇ ਵਿੱਚ ਜਮ੍ਹਾਂ ਹੁੰਦਾ ਰਹਿੰਦਾ। ਸਵੇਰੇ ਸਵੇਰੇ ਚਬੱਚਾ ਖਾਲੀ ਕਰ ਦਿੱਤਾ ਜਾਂਦਾ, ਅਗਲੀ ਸਵੇਰ ਨੂੰ ਫੇਰ ਭਰਿਆ ਹੁੰਦਾ। ਚਬੱਚੇ ਵਿੱਚੋਂ ਪਿਸ਼ਾਬ ਬਾਲਟੀ ਨਾਲ ਕੱਢ ਕੇ ਮਕਾਨ ਤੋਂ ਬਾਹਰ ਵੱਡੀ ਨਾਲੀ ਵਿੱਚ ਡੋਲ ਦਿੱਤਾ ਜਾਂਦਾ। ਇੱਦਾਂ ਹੀ ਇੱਕ ਵੱਡਾ ਸਾਰਾ ਹੋਰ ਚਬੱਚਾ ਸੀ ਜੋ ਖਾਲੀ ਪਲਾਟ ਦੇ ਇੱਕ ਖੂੰਜੇ ਵਿੱਚ ਸੀ। ਇਸ ਵਿੱਚ ਗੋਹਾ ਇਕੱਠਾ ਹੁੰਦਾ ਰਹਿੰਦਾ। ਗੋਹੇ ਲਈ ਸੀ ਸਾਈਕਲ ਰੇਹੜੀ। ਬਰਸਾਤ ਦੀ ਰੁੱਤ ਨੂੰ ਛੱਡ ਕੇ ਬਾਕੀ ਮਹੀਨਿਆਂ ਵਿੱਚ ਗੋਹਾ ਵਿਕਦਾ ਰਹਿੰਦਾ। ਲੋਕ ਆਪ ਹੀ ਰੇਹੜੀਆਂ ਭਰ ਕੇ ਲੈ ਜਾਂਦੇ ਅਤੇ ਅਗਾਂਹ ਲਿਜਾ ਕੇ ਉਹਦੀਆਂ ਪਾਥੀਆਂ ਪੱਥਦੇ। ਸੁੱਕੀਆਂ ਪਾਥੀਆਂ ਪੇਂਡੂ ਘਰਾਂ ਵਿੱਚ ਆਮ ਹੀ ਵਿਕਦੀਆਂ ਰਹਿੰਦੀਆਂ ਸਨ। ਖਾਸ ਕਰਕੇ ਲੋਹੜੀ ਲਈ ਹਰ ਕੋਈ ਪਾਥੀਆਂ ਖਰੀਦ ਕੇ ਰੱਖਦਾ। ਕੈਸਾ ਜ਼ਮਾਨਾ ਆ ਗਿਆ ਸੀ। ਲੋਹੜੀ ਦੇ ਦਿਨਾਂ ਵਿੱਚ ਪਿੰਡਾਂ ਤੋਂ ਪਾਥੀਆਂ ਟਰੈਕਟਰ ਟਰਾਲੀ ਵਿੱਚ ਵਿਕਣ ਆਉਂਦੀਆਂ। ਸ਼ਹਿਰ ਦੀ ਕਲਚਰ ਕਿੱਥੇ ਦੀ ਕਿੱਥੇ ਪਹੁੰਚ ਚੁੱਕੀ ਸੀ। ਭਾਂਡੇ ਮਾਂਜਣ ਲਈ ਚੁੱਲ੍ਹਿਆਂ ਦੀ ਸੁਆਹ ਵੀ ਗਲੀਆਂ ਵਿੱਚ ਵਿਕਣ ਆਉਂਦੀ। ਤਰਸੇਮ ਦੇ ਘਰ 5ਵੇਂ-7ਵੇਂ ਦਿਨ ਹੀ ਤੂੜੀ ਦੀ ਟਰਾਲੀ ਆਉਂਦੀ। 5ਵੇਂ-7ਵੇਂ ਦਿਨ ਹੀ ਕੱਕੇ ਰੇਤੇ ਦੀ ਟਰਾਲੀ ਆਉਂਦੀ। ਕੱਕਾ ਰੇਤਾ ਹਰ ਰੋਜ਼ ਸਵੇਰੇ ਸ਼ੈੱਡ ਦੇ ਫਰਸ਼ ਉੱਤੇ ਵਿਛਾਇਆ ਜਾਂਦਾ ਸੀ। ਮਤਰਾਲ ਖਿੱਚ ਕੇ ਇੱਕ ਪਾਸੇ ਕਰ ਦਿੱਤੀ ਜਾਂਦੀ ਅਤੇ ਫਿਰ ਰੇਤਾ ਵਿਛਾਇਆ ਜਾਂਦਾ। ਖਾਲੀ ਪਲਾਟ ਵਿੱਚ ਹੀ ਰੂੜੀ ਲੱਗੀ ਹੋਈ ਸੀ। ਕੂੜਾ ਰੂੜੀ ਉੱਤੇ ਸੁੱਟਿਆ ਜਾਂਦਾ। ਖੇਤਾਂ ਵਿੱਚ ਖਾਦ ਪਾਉਣ ਲਈ ਰੂੜੀ ਵਿਕ ਜਾਂਦੀ ਸੀ। ਸੀਤਾ, ਤਰਸੇਮ ਅਤੇ ਸੁਰੇਸ਼ ਮੱਝਾਂ ਦਾ ਕੰਮ ਕਰਨ ਕਰਕੇ ਇੱਕ ਤਰ੍ਹਾਂ ਨਾਲ ਮੱਝਾਂ ਦੀ ਜੂਨ ਹੀ ਭੋਗ ਰਹੇ ਸਨ। ਚਾਹੇ ਉਹਨਾਂ ਦਾ ਜੀਵਨ ਇੱਕ ਮਤਰਾਲ ਬਣ ਕੇ ਰਹਿ ਗਿਆ ਸੀ, ਪਰ ਹੁਣ ਉਹਨਾਂ ਕੋਲ ਪੈਸਾ ਸੀ। ਉਹਨਾਂ ਕੋਲ 20 ਮੱਝਾਂ ਦਾ ਮੋਟਾ ਧਨ ਸੀ। 4-5 ਸਾਲਾਂ ਦੇ ਅੰਦਰ ਅੰਦਰ ਹੀ ਉਹਨਾਂ ਨੇ 10-10 ਵਿਸਵਿਆਂ ਦੇ 4 ਪਲਾਟ ਖਰੀਦ ਲਏ ਸਨ। ਉਹਨਾਂ ਕੋਲ ਬੈਂਕਾਂ ਵਿੱਚ ਪੈਸਾ ਜਮ੍ਹਾਂ ਸੀ। ਤਰਸੇਮ ਨੂੰ ਤਸੱਲੀ ਸੀ ਕਿ ਉਹ ਜੱਟਾਂ ਦੇ ਸੰਘੱਟ ਵਿੱਚੋਂ ਬਾਹਰ ਨਿਕਲ ਆਇਆ ਹੈ। ਇੱਥੇ ਹੁਣ ਉਹਦੀ ਤੀਵੀਂ ਜੱਟਾਂ ਦੇ ਘਰਾਂ ਵੱਲ ਨਹੀਂ ਝਾਕਦੀ। ਇੱਥੇ ਹੁਣ ਉਹਨੂੰ ਕੋਈ ਘ੍ਰਿਣਾ ਭਰੀ ਮਹਾਰਾਜ ਨਹੀਂ ਬੁਲਾਉਂਦਾ। ਜੱਟਾਂ ਦੀ ਮਹਾਰਾਜ ਸੁਣਦਿਆਂ ਹੀ ਉਹ ਬਾਹਮਣ ਹੋ ਜਾਂਦਾ ਸੀ। ਬਾਹਮਣ ਇੱਕ ਮੰਗ ਖਾਣੀ ਜਾਤ। 20 ਮੱਝਾਂ ਦੀ ਡੇਅਰੀ ਤਰਸੇਮ ਮਾਸਟਰ ਦੀ ਬੜੀ ਮਸ਼ਹੂਰ ਡੇਅਰੀ ਸੀ। ਹੁਣ ਉਹਦੇ ਕੋਲ 2 ਭਈਏ ਸਨ। ਲੱਡੂ ਆਪਣੇ ਹੀ ਛੋਟੇ ਭਾਈ ਕੰਨੂ ਨੂੰ ਇੱਥੇ ਲੈ ਆਇਆ ਸੀ। ਕੰਨੂ ਗੋਹਾ ਕੂੜਾ ਕਰਦਾ ਅਤੇ ਮੱਝਾਂ ਨੂੰ ਨਿੱਤ ਨਵਾਉਂਦਾ ਸੀ ਅਤੇ ਪਾਣੀ ਪਿਆਉਂਦਾ। ਧਾਰਾਂ ਕੱਢਣ ਦਾ ਕੰਮ ਲੱਡੂ ਹੀ ਕਰਦਾ। ਲੱਡੂ ਦੀ ਇੱਕ ਤਰ੍ਹਾਂ ਦੀ ਸਰਦਾਰੀ ਸੀ। ਉਹ ਵਿਆਹਿਆ ਹੋਇਆ ਸੀ, 2 ਬੱਚੇ ਸਨ, ਪਰ ਉਹ ਇੱਥੇ ਪੰਜਾਬ ਵਿੱਚ ਆਪਣੀ ਜਨਾਨੀ ਨੂੰ ਕਦੇ ਨਹੀਂ ਲੈ ਕੇ ਆਇਆ ਸੀ। ਸਾਲ ਵਿੱਚ 1 ਜਾਂ 2 ਵਾਰ ਆਪਣੇ ਪਿੰਡ ਜਾ ਆਉਂਦਾ। ਜਨਾਨੀ ਨੂੰ ਪੈਸੇ ਦੇ ਆਉਂਦਾ। 10-10 ਦਿਨ ਰਹਿ ਆਉਂਦਾ ਸੀ। ਇੱਥੋਂ ਵੀ ਹਰ ਮਹੀਨੇ ਮਨੀ ਆਰਡਰ ਭੇਜਦਾ ਰਹਿੰਦਾ। ਧਾਰਾਂ ਦਾ ਕੰਮ ਪਿੱਛੋਂ ਕੰਨੂ ਕਰ ਲੈਂਦਾ। 2-4 ਮੱਝਾਂ ਦੀਆਂ ਧਾਰਾਂ ਸੁਰੇਸ਼ ਵੀ ਕੱਢਦਾ। ਦੋਵੇਂ ਬਿਹਾਰੀ ਭਈਏ ਇੱਕੋ ਕਮਰੇ ਵਿੱਚ ਮੌਜਾਂ ਨਾਲ ਰਹਿੰਦੇ। ਉਹਨਾਂ ਦੀਆਂ ਤਨਖਾਹਾਂ ਸਨ। ਰੋਟੀ ਤਰਸੇਮ ਦੇ ਘਰੋਂ ਸੀ। ਹੁਣ ਤਰਸੇਮ ਤੇ ਸੀਤਾ ਕੰਮ ਵਿੱਚ ਇੰਨੇ ਗੁਆਚੇ ਨਹੀਂ ਰਹਿੰਦੇ ਸਨ। ਸੁਰੇਸ਼ ਹੀ ਸਭ ਸਾਂਭਦਾ। ਸੀਤਾ ਰੋਟੀ ਟੁੱਕ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੀ। ਬਸ ਪਹਿਲਾਂ ਵਾਂਗ ਲਿਬੜੀ ਤਿਬੜੀ ਨਹੀਂ ਰਹਿੰਦੀ ਸੀ। ਉਹਨੇ ਬਥੇਰਾ ਕੀਤਾ ਸੀ। ਹੁਣ ਸਭ ਰੰਗ ਭਾਗ ਲੱਗੇ ਹੋਏ ਸਨ। ਹੁਣ ਕਿਉਂ ਕਰੇ ਉਹ ਸਿਰ ਸੁੱਟ ਕੇ ਕੰਮ। ਤਰਸੇਮ ਵੀ ਪਹਿਨ ਪੱਚਰ ਕੇ ਰਹਿੰਦਾ। ਉਹਦੇ ਕੋਲ 4 ਪੈਸੇ ਸੀ। ਉਹ ਪਲਾਟਾਂ ਦਾ ਮਾਲਕ ਸੀ। ਚੇਤਕ ਬਜਾਜ ਸਕੂਟਰ ਲੈ ਕੇ ਇੱਧਰ ਉੱਧਰ ਘੁੰਮਦਾ ਰਹਿੰਦਾ। ਸਕੂਲ ਮਾਸਟਰੀ ਤੋਂ ਰਿਟਾਇਰ ਹੋ ਚੁੱਕਿਆ ਸੀ। ਮਹੀਨੇ ਦੀ ਪੈਨਸ਼ਨ ਉਹਦੇ ਯਾਦ ਨਹੀਂ ਸੀ।
2-3 ਮਹੀਨਿਆਂ ਬਾਅਦ ਇਕੱਠੀ ਪੈਨਸ਼ਨ ਬੈਂਕ ਵਿੱਚੋਂ ਲੈ ਕੇ ਆਉਂਦਾ। ਕਦੇ ਕਦੇ ਤਾਂ 6 ਮਹੀਨੇ ਲੰਘ ਜਾਂਦੇ। ਉਹਨੂੰ ਯਾਦ ਹੀ ਨਹੀਂ ਰਹਿੰਦਾ ਸੀ ਕਿ ਪੈਨਸ਼ਨ ਕਢਵਾਉਣੀ ਹੈ। ਸੁਰੇਸ਼ ਕੋਲ ਹੀਰੋ ਹਾਂਡਾ ਮੋਟਰਸਾਈਕਲ ਸੀ। ਵੇਲ ਮਿਲੀ ਤੋਂ ਉਹ ਵੀ ਇੱਧਰ ਉੱਧਰ ਸ਼ਹਿਰ ਦਾ ਚੱਕਰ ਮਾਰਦਾ। ਉਹਦੀ ਗੋਗੜ ਨਿਕਲ ਆਈ ਸੀ। 30 ਸਾਲ ਦਾ ਹੋ ਗਿਆ ਸੀ। ਸੀਤਾ ਤਾਂ ਉਹਨੂੰ ਵਿਆਹੁਣ ਬਾਰੇ ਹਮੇਸ਼ਾ ਹੀ ਸੋਚਦੀ ਰਹੀ ਸੀ, ਪਰ ਤਰਸੇਮ ਉਹਨੂੰ ਪਹਿਲਾਂ ਸੈੱਟ ਕਰਨਾ ਚਾਹੁੰਦਾ ਸੀ। ਹੁਣ ਉਹ ਵੀ ਇਰਾਦਾ ਰੱਖਦਾ ਸੀ ਕਿ ਸੁਰੇਸ਼ ਵਿਆਹ ਕਰਵਾ ਲਵੇ। ਇਦੋਂ ਬਾਅਦ ਤਾਂ ਉਹ ਉਤਾਰ ਉਮਰ ਦਾ ਹੋਣ ਲੱਗ ਪਵੇਗਾ। ਨਾਲੇ ਹੁਣ ਤਾਂ ਉਹਨਾਂ ਕੋਲ ਸਭ ਕੁਝ ਹੈ। ਸੁਰੇਸ਼ ਕੰਮ ਵਿੱਚ ਪੂਰਾ ਖੁੱਭ ਚੁੱਕਿਆ ਹੈ। ਤਰਸੇਮ ਨੇ ਇੱਧਰ ਉੱਧਰ ਗੱਲ ਕੀਤੀ ਤਾਂ ਰਿਸ਼ਤੇ ਆਉਣ ਲੱਗੇ। 10-10 ਜਮਾਤਾਂ ਪੜ੍ਹੀਆਂ ਕੁੜੀਆਂ ਦੇ 4-5 ਰਿਸ਼ਤੇ ਆਏ ਸਨ, ਪਰ ਉਹ ਗਰੀਬ ਘਰਾਂ ਦੀਆਂ ਕੁੜੀਆਂ ਸਨ। ਤਰਸੇਮ ਚੰਗੇ ਖਾਂਦੇ ਪੀਂਦੇ ਘਰ ਦਾ ਰਿਸ਼ਤਾ ਚਾਹੁੰਦਾ ਸੀ। ਇੱਕੋ ਮੁੰਡਾ ਸੀ, ਵਿਆਹ ਠਾਠ ਨਾਲ ਕਰਨਾ ਚਾਹੁੰਦਾ। ਉਹ ਇਹ ਵੀ ਚਾਹੁੰਦਾ ਸੀ ਕਿ ਕੁੜੀ ਪੇਂਡੂ ਮਾਹੌਲ ਦੀ ਹੋਵੇ, ਖੇਤੀ ਦਾ ਕੰਮ ਕਰਨ ਵਾਲੇ ਘਰ ਦੀ, ਜਿਹੜੀ ਪਸ਼ੂਆਂ ਦਾ ਕੰਮ ਜਾਣਦੀ ਹੋਵੇ ਅਤੇ ਸੁਰੇਸ਼ ਨਾਲ ਉਹਦੀ ਜੋੜੀ ਬਣ ਜਾਵੇ। ਹੱਡਾਂ ਪੈਰਾਂ ਦੀ ਖੁੱਲੀ ਹੋਵੇ, ਮੱਝਾਂ ਦੇ ਕੰਮ ਤੋਂ ਅੱਕੇ ਥੱਕੇ ਨਾ। ਉਹ ਆਖਦਾ, ਚੰਚਲ ਤੇ ਮੁਲਾਇਮ ਕੁੜੀ ਨੇ ਇੱਥੇ ਨਹੀਂ ਕੱਟਣਾ। ਕਾਲੇ ਕਿਆਂ ਦੇ ਜੱਟ ਬਾਹਮਣਾ ਦੀ ਕੁੜੀ ਸਵਿਤਰੀ ਦੇਵੀ ਦੇਹ ਦੀ ਨਰੋਈ ਸੀ। ਉਹ ਡਾਂਡੇ ਖਾਂਡੇ ਵਾਲੇ ਬਾਹਮਣ ਸਨ, ਖੇਤੀ ਕਰਦੇ, ਪਿੰਡ ਦੇ ਜੱਟਾਂ ਨਾਲੋਂ ਉੱਤੇ ਸਨ। 2 ਭਰਾ ਸਨ ਅਤੇ ਉਹ ਇਕੱਲੀ ਭੈਣ। ਭਰਾ ਆਪ ਤਾਂ ਨਹੀਂ ਪੜ੍ਹੇ, ਪਰ ਉਹਨਾਂ ਨੇ ਭੈਣ ਨੂੰ ਪੜ੍ਹਾਇਆ। ਉਹ ਸਵਿਤਰੀ ਤੋਂ ਵੱਡੇ ਸਨ। ਦੋਵੇਂ ਵਿਆਹੇ ਵਰੇ, ਬਹੂਆਂ ਖੇਤੀ ਵਾਲੇ ਘਰ ਦੀਆਂ। ਸਵਿਤਰੀ ਨੇ BA ਤਾਂ ਆਲਾ ਸਿੰਘ ਵਾਲੇ ਤੋਂ ਕੀਤੀ ਸੀ। ਪਿੰਡ ਵਿੱਚ ਦੀ ਬੱਸ ਲੰਘਦੀ ਸੀ। ਹੋਰ ਕੁੜੀਆਂ ਵੀ ਸਨ, ਮੁੰਡੇ ਵੀ ਜਾਂਦੇ ਸਨ। BA ਤੋਂ ਬਾਅਦ ਉਹ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਲੱਗੀ। BA ਤੱਕ ਉਹਦੀ ਪੰਜਾਬੀ ਚੰਗੀ ਸੀ। MA ਉਹ ਪੰਜਾਬੀ ਦੀ ਕਰ ਰਹੀ ਸੀ। ਹੋਸਟਲ ਵਿੱਚ ਰਹਿੰਦੀ। ਭਰਾ ਉਹਨੂੰ ਖੁੱਲ੍ਹਾ ਖਰਚ ਭੇਜਦੇ ਅਤੇ ਚਾਹੁੰਦੇ ਕਿ ਉਹਨਾਂ ਦੀ ਭੈਣ ਪੜ੍ਹ ਲਿਖ ਕੇ ਕੁਝ ਬਣ ਜਾਵੇ ਅਤੇ ਉਹ ਉਹਦਾ ਵਿਆਹ ਕਿਸੇ ਅਫਸਰ ਮੁੰਡੇ ਨਾਲ ਕਰਨ। ਪੂਰਾ ਦੇਣਗੇ। ਦਹੇਜ ਵਿੱਚ ਕਾਰ ਵੀ ਦੇ ਸਕਦੇ ਹਨ। ਸਵਿਤਰੀ 58% ਨੰਬਰ ਲੈ ਕੇ ਪਾਸ ਹੋਈ। ਉਹਦਾ ਸੁਪਨਾ ਬਣਿਆ ਕਿ ਉਹ UGC ਦਾ ਟੈਸਟ ਪਾਸ ਕਰਕੇ ਕਾਲਜ ਲੈਕਚਰਾਰ ਬਣੇਗੀ। ਉਹਦਾ ਵਿਆਹ ਕਿਸੇ ਡਾਕਟਰ ਇੰਜੀਨੀਅਰ ਨਾਲ, ਕਿਸੇ SDO SDM ਨਾਲ ਜਾਂ ਕਿਸੇ ਪ੍ਰੋਫੈਸਰ ਮੁੰਡੇ ਨਾਲ ਹੋ ਜਾਵੇਗਾ। ਉਹ ਮੌਜਾਂ ਕਰੇਗੀ। ਉਹਨੇ 5 ਵਾਰ UGC ਦਾ ਟੈਸਟ ਦਿੱਤਾ, ਪਰ ਕਲੀਅਰ ਨਹੀਂ ਹੋਈ। ਉਹਦੇ ਹਿਰਾਸ ਟੁੱਟ ਗਏ। ਕਿੱਥੇ ਤਾਂ ਉਹ ਚਾਹੁੰਦੀ ਸੀ ਕਿ ਲੈਕਚਰਾਰ ਲੱਗ ਕੇ PhD ਕਰੇਗੀ, ਪਰ ਕਿੱਥੇ ਹੁਣ ਉਦੋਂ ਟੈਸਟ ਵੀ ਕਲੀਅਰ ਨਹੀਂ ਹੋ ਰਿਹਾ ਸੀ। ਉਹ 24-25 ਸਾਲਾਂ ਦੀ ਹੋ ਚੁੱਕੀ ਸੀ। ਭਰਾ ਉਹਨੂੰ ਵਿਆਹੁਣ ਬਾਰੇ ਸੋਚਣ ਲੱਗੇ। ਪਹਿਲਾਂ ਤਾਂ ਉਹ ਚੋਰੀਆਂ ਮੁੰਡਾ ਲੱਭਦੇ ਰਹੇ, ਫਿਰ ਗੱਲ ਰਿਸ਼ਤੇਦਾਰੀਆਂ ਵਿੱਚ ਜਾ ਪਹੁੰਚੀ। ਉਹ ਜਾਣ ਪਛਾਣ ਵਾਲਿਆਂ ਨੂੰ ਸ਼ਰੇਆਮ ਕਹਿਣ ਲੱਗੇ। ਕੁੜੀ ਆਪ ਹੀ ਆਪਣੀਆਂ ਸ਼ਾਦੀशुदा ਸਹੇਲੀਆਂ ਕੋਲ ਗੱਲ ਛੇੜ ਬਹਿੰਦੀ। ਕੋਈ ਅਫਸਰ ਮੁੰਡਾ ਹੋਵੇ, ਚੰਗੀ ਨੌਕਰੀ ਉੱਤੇ ਲੱਗਿਆ ਹੋਇਆ। ਉਹ ਵਿਆਹ ਵਧੀਆ ਕਰਨਗੇ, ਪੂਰਾ ਪੈਸਾ ਲਾਉਣਗੇ। ਦਾਜ ਦਹੇਜ ਨਾਲ ਅਗਲੇ ਦਾ ਘਰ ਭਰ ਦੇਣਗੇ। ਫਿਰ ਅਖਬਾਰ ਵਿੱਚ ਵੀ ਦਿੱਤਾ ਗਿਆ। ਅਖਬਾਰਾਂ ਵਿੱਚੋਂ ਮੁੰਡੇ ਲੱਭ ਸਵਿਤਰੀ ਆਪ ਹੀ ਆਪਣਾ ਵੇਰਵਾ ਭੇਜਦੀ, ਜਨਮ ਪੱਤਰੀ ਦੀ ਫੋਟੋ ਸਟੇਟ ਭੇਜਦੀ, ਪਰ ਕਿਧਰੇ ਵੀ ਕੋਈ ਗੱਲ ਨਹੀਂ ਬਣ ਰਹੀ ਸੀ। ਜਿੱਥੇ ਵੀ ਗੱਲ ਤੁਰਦੀ ਲੱਗਦੀ, ਅਗਲਾ ਨੌਕਰੀ ਕਰਦੀ ਕੁੜੀ ਚਾਹੁੰਦਾ ਸੀ ਜਾਂ ਕੋਈ ਕੋਰਸ ਕੀਤਾ ਹੋਵੇ ਤਾਂ ਕਿ ਨੌਕਰੀ ਮਿਲ ਸਕੇ। ਜ਼ਮਾਨਾ ਆਰਥਿਕਤਾ ਦਾ ਸੀ, ਲੋਕ ਵੀ ਸੱਚੇ ਸਨ। ਔਰਤ ਵੀ ਕਮਾਉਂਦੀ ਹੋਵੇ ਤਾਂ ਗੱਲ ਕਿਤੇ ਦੀ ਕਿਤੇ ਜਾ ਪਹੁੰਚਦੀ ਹੈ। ਘਰਾਂ ਦੇ ਖਰਚ ਵੱਧਦੇ ਜਾ ਰਹੇ ਸਨ। ਔਰਤ ਮਰਦ ਦੋਵੇਂ ਕਮਾਉਂਦੇ ਹੋਣ ਤਾਂ ਕਿਤੇ ਜਾ ਕੇ ਕਬੀਲਦਾਰੀ ਤੁਰਦੀ ਹੈ, ਨਹੀਂ ਤਾਂ ਅੱਗੇ ਜਾ ਕੇ ਬੱਚਿਆਂ ਦੀ ਪੜ੍ਹਾਈ ਸਮੇਂ ਸੰਕਟ ਖੜਾ ਹੋ ਜਾਂਦਾ ਹੈ। ਪੜ੍ਹੀ ਲਿਖੀ ਕਿੰਨੀ ਹੋਵੇ, ਘਰ ਵਿੱਚ ਵਿਹਲੀ ਰਹਿੰਦੀ ਤੀਵੀਂ ਵਾਧੂ ਜਿਹੀ ਲੱਗਦੀ ਹੈ। ਸਵਿਤਰੀ 28 ਸਾਲਾਂ ਦੀ ਹੋ ਚੁੱਕੀ ਸੀ। ਕਿਧਰੋਂ ਵੀ ਕੋਈ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਨੌਕਰੀ ਕਰਦੇ ਮੁੰਡੇ ਦੀ ਗੱਲ ਛੱਡੋ। ਹੁਣ ਕੋਈ ਅਜਿਹਾ ਮੁੰਡਾ ਦੇਖੋ ਜਿਹੜਾ ਕੋਈ ਵੀ ਕੰਮ ਕਰਦਾ ਹੋਵੇ, ਬਸ ਪੈਰਾਂ ਸਿਰ ਹੋਵੇ, ਕੁੜੀ ਦੂਜੇ ਹੱਥਾਂ ਵੱਲ ਨਾ ਝਾਕਦੀ ਹੋਵੇ। ਅਜਿਹੇ ਕਈ ਮੁੰਡੇ ਦੇਖੇ ਸਨ। ਕਿਸੇ ਨੂੰ ਕੁੜੀ ਪਸੰਦ ਨਾ ਆਉਂਦੀ। ਕੋਈ ਮੁੰਡਾ ਸਵਿਤਰੀ ਨੂੰ ਜੱਚਦਾ ਨਹੀਂ ਸੀ। ਉਹਦੇ ਅੰਦਰ ਅਜੇ ਵੀ ਕਿਧਰੇ ਸਵੈਮਾਨ ਬੈਠਾ ਹੋਇਆ ਸੀ ਕਿ ਉਹ MA ਪਾਸ ਹੈ। +2 ਮਗਰ ਲੱਗ ਕੇ ਕਿਵੇਂ ਤੁਰ ਪਵੇ। ਸੁਰੇਸ਼ ਦਾ ਮੱਝਾਂ ਦਾ ਐਡਾ ਵੱਡਾ ਕਾਰੋਬਾਰ ਦੇਖ ਕੇ ਉਹ ਪਲਾਟਾਂ ਦਾ ਮਾਲਕ ਵੀ ਹੈ, ਇਕੱਲਾ ਮੁੰਡਾ ਹੈ, ਆਪਣੀ ਕੋਠੀ ਅਤੇ ਖੁੱਲ੍ਹਾ ਮਾਹੌਲ। ਅਖੀਰ ਸਵਿਤਰੀ ਦੇ ਭਰਾ ਸੁਰੇਸ਼ ਨੂੰ ਸ਼ਗਨ ਕਰ ਗਏ। ਭਰਾਵਾਂ ਦੇ ਘਰ ਹਮੇਸ਼ਾ 2 ਮੱਝਾਂ ਸੱਜਰ ਸੂਈਆਂ ਰਹਿੰਦੀਆਂ ਸਨ। ਭਰਜਾਈਆਂ ਧਾਰਾਂ ਕੱਢਦੀਆਂ ਅਤੇ ਕੱਖ ਕੰਡਾ ਪਾਉਂਦੀਆਂ। ਹੋਰ ਪਸ਼ੂ ਵੀ ਸਨ। ਸਵਿਤਰੀ ਵੀ ਧਾਰ ਕੱਢਣ ਜਾਣਦੀ ਸੀ। ਉਹ ਵੀ ਕਦੇ ਭਰਜਾਈਆਂ ਦਾ ਹੱਥ ਵਟਾਉਂਦੀ। ਭਰਜਾਈਆਂ ਹੱਸਦੀਆਂ, ਨੀ ਸਵਿਤਰੀ, ਗੋਹਾ ਕੂੜਾ ਵੀ ਕਰਿਆ ਕਰ, ਕੀ ਪਤਾ ਕੋਈ ਇਹੋ ਜਿਹਾ ਘਰ ਹੀ ਮਿਲੇ ਤੈਨੂੰ। ਸਵਿਤਰੀ ਉਦਾਸ ਹੋ ਜਾਂਦੀ, ਪਰ ਚਾਅ ਵਿੱਚ ਹੀ ਧਾਰ ਕੱਢਣ ਲੱਗਦੀ।
ਉਹ ਚੰਬ ਵਜੋਂ ਹੀ ਪਾਥੀਆਂ ਪੱਥ ਦਿੰਦੀ, ਗੋਹੇ ਦੇ ਬੱਠਲ ਰੂੜੀ ਉੱਤੇ ਸੁੱਟਣ ਲੱਗਦੀ। ਉਹਨੂੰ ਮੱਝਾਂ ਦੀ ਮਤਰਾਲ ਵਿੱਚੋਂ ਮੁਸ਼ਕ ਨਹੀਂ ਆਉਂਦਾ ਸੀ। ਸਵਿਤਰੀ ਕੱਦ ਦੀ ਥੋੜੀ ਮਧਰੀ ਸੀ, ਮੋਟੀਆਂ-ਮੋਟੀਆਂ ਅੱਖਾਂ, ਸਰੀਰ ਦੀ ਭਰਵੀਂ ਤੇ ਨਰੋਈ ਸੀ। ਉਹ ਇਸ ਘਰ ਵਿੱਚ ਆਉਂਦੇ ਹੀ ਕੰਮਾਂ ਵਿੱਚ ਖੁੱਭ ਗਈ। ਸਵੇਰੇ ਸ਼ਾਮ ਉਹ ਇਲਾਕੇ ਦੇ ਗਾਹਕਾਂ ਨੂੰ ਦੁੱਧ ਮਿਣ ਕੇ ਦਿੰਦੀ, ਰਜਿਸਟਰ ਵਿੱਚ ਇਕੱਲੇ ਦਾ ਹਿਸਾਬ ਵੀ ਲਿਖਦੀ ਜਾਂਦੀ। ਮਹੀਨੇ ਦੇ ਅਖੀਰ ਉੱਤੇ ਘਰਾਂ ਦੇ ਦੁੱਧ ਦਾ ਹਿਸਾਬ ਵੀ ਉਹ ਕਰਦੀ ਅਤੇ ਚਿੱਟਾਂ ਬਣਾ ਦਿੰਦੀ। ਪੈਸੇ ਆਉਣ ਲੱਗਦੇ ਤਾਂ ਉਹੀ ਫੜਦੀ ਜਾਂਦੀ। ਬਾਅਦ ਵਿੱਚ ਸਾਰਾ ਹਿਸਾਬ ਸੁਰੇਸ਼ ਨੂੰ ਫੜਾ ਦਿੰਦੀ। ਧਾਰਾਂ ਕੱਢਣ ਦਾ ਕੰਮ ਦੋਵੇਂ ਭਈਏ ਕਰਦੇ। 2-4 ਮੱਝਾਂ ਦੀਆਂ ਧਾਰਾਂ ਸੁਰੇਸ਼ ਵੀ ਕੱਢ ਦਿੰਦਾ ਸੀ। ਸਵੇਰੇ ਸਵਿਤਰੀ ਵੀ 1-2 ਮੱਝਾਂ ਚੋ ਲੈਂਦੀ ਸੀ। ਮੱਝਾਂ ਦੇ ਕੰਮ ਤੋਂ ਵਿਹਲੀ ਹੋ ਕੇ ਰੋਟੀ ਟੁੱਕ ਦਾ ਵੀ ਸਵਿਤਰੀ ਹੀ ਕਰਦੀ। ਉਹਨੇ ਸੀਤਾ ਨੂੰ ਇੱਕ ਤਰ੍ਹਾਂ ਨਾਲ ਰਾਜ ਦੁਆਰੇ ਉੱਤੇ ਬਿਠਾ ਦਿੱਤਾ ਸੀ। ਤਰਸੇਮ ਵੀ ਹੁਣ ਘਰ ਦਾ ਕੋਈ ਕੰਮ ਨਾ ਕਰਦਾ। ਸਾਰੇ ਕੰਮ ਸੁਰੇਸ਼ ਜਿੰਮੇ ਸਨ। ਸੁਰੇਸ਼ ਤੇ ਸਵਿਤਰੀ ਨੂੰ ਕਦੇ ਯਾਦ ਚੇਤਾ ਵੀ ਨਹੀਂ ਰਹਿ ਗਿਆ ਸੀ ਕਿ ਉਹਨਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਕਿਉਂ ਨਹੀਂ ਮਿਲੀ। ਉਹ ਹੁਣ ਪੈਸੇ ਵਾਲੇ ਸਨ। ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਉਹਨਾਂ ਨੂੰ ਮੁਹੱਈਆ ਸਨ। ਘਰ ਦੀ ਸਰਦਾਰੀ ਸੀ, ਮੁਲਾਜ਼ਮਾਂ ਵਾਲੀ ਗੁਲਾਮੀ ਨਹੀਂ ਸੀ। ਮੁਲਾਜ਼ਮਾਂ ਵਾਲੀਆਂ ਥੋੜ੍ਹਾ ਲੋੜਾਂ ਨਹੀਂ ਸਨ। ਤਰਸੇਮ ਨੂੰ ਸਭ ਤੋਂ ਵੱਡੀ ਤਸੱਲੀ ਇਹ ਸੀ ਕਿ ਉਹ ਆਪਣਾ ਪਿੰਡ ਛੱਡ ਕੇ ਇੱਥੇ ਆਲਾ ਸਿੰਘ ਵਾਲੇ ਬੈਠਾ ਬਾਹਮਣ ਹੋਣ ਦੇ ਅਹਿਸਾਸ ਤੋਂ ਮੁਕਤ ਹੈ। ਇਹ ਤਸੱਲੀ ਵੀ ਸੀ ਕਿ ਉਹਦਾ ਮੁੰਡਾ ਸੁਰੇਸ਼ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਇੱਥੇ ਉਹਨੂੰ ਕੋਈ ਲਾਗੀ ਕਹਿਣ ਵਾਲਾ ਨਹੀਂ ਸੀ। Please like, share and subscribe.